ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅਗਰ ਕਿਸੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਹੋਣ ਤਾਂ ਫਿਰ ਉਹਨਾਂ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਦਰਸ਼ਨ ਕਰਨੇ ਪੈਣਗੇ, ਕਿਉਂਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਬਾਣੀ ਦੇ ਵਿੱਚ ਕਲਗੀਧਰ ਮਹਾਰਾਜ ਦੀ ਜੋ ਗੁਣਾਂ ਦੀ ਮਹਿਕ ਵਾ, ਬਸ ਇਹ ਜਿਹੜੀ ਗੁਣਾਂ ਦੀ ਮਹਿਕ ਵਾ ਨਾ, ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਮਹਾਰਾਜ ਨੂੰ ਜੋ ਵਰਦਾਨ ਅਕਾਲ ਪੁਰਖ ਨੇ ਦਿੱਤਾ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਕਿ ਜੋ ਅਕਾਲ ਪੁਰਖ ਨੇ ਕਲਗੀਧਰ ਮਹਾਰਾਜ ਨੂੰ ਆਪਣਾ ਪੁੱਤਰ ਬਣਾਇਆ, ਪੁੱਤਰ ਦਾ ਖਿਤਾਬ ਬਖਸ਼ਿਆ, ਭਾਵ ਕੀ ਆ ਆਪਣਾ ਰੂਪ ਬਖਸ਼ਿਆ, ਆਪਣੀ ਮਲਕੀਅਤ ਦਾ ਵਾਰਸ ਬਣਾਇਆ ਹੈਗਾ। ਤੇ ਇਹ ਜਿਹੜੇ ਵਾਰਸ ਦਾ ਰੂਪ ਹੋ ਜਾਣਾ, ਦ્વੈ ਤੇ ਇੱਕ ਰੂਪ ਹੋ ਜਾਣਾ, ਪਰਮੇਸ਼ਰ ਦਾ ਰੂਪ ਬਣ ਜਾਣਾ, ਇਹ ਕੋਈ ਛੋਟੀ ਖੇਡ ਨਹੀਂ ਹੈ, ਬਹੁਤ ਭਾਰੀ ਖੇਡ ਹੈਗੀ ਹੈ। ਇਹ ਬਹੁਤ ਭਾਰੀ ਦਿਆਲਤਾ ਹੈ ਪਰਮੇਸ਼ਰ ਦੀ, ਬਹੁਤ ਭਾਰੀ ਕਿਰਪਾ ਹੈਗੀ ਆ ਕਲਗੀਧਰ ਮਹਾਰਾਜ ਦੇ ਉੱਪਰ। ਦੇਖੋ, ਅਗਰ ਅਸੀਂ ਕਲਗੀਧਰ ਮਹਾਰਾਜ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ, ਹੁਣ ਕਲਗੀਧਰ ਮਹਾਰਾਜ ਨੇ ਜਾਪ ਸਾਹਿਬ ਦੀ ਬਾਣੀ ਅਤੇ ਖਾਸ ਕਰਕੇ ਅਕਾਲ ਉਸਤਤ ਜੀ ਦੀ ਬਾਣੀ, ਜੋ ਉਸ ਅਕਾਲ ਪੁਰਖ ਦੇ ਪ੍ਰਤੀ ਪਰਮੇਸ਼ਰ ਦੇ ਗੁਣਾਂ ਦਾ ਵਿਖਿਆਨ ਕੀਤਾ ਹੈਗਾ। ਅਸਲ ਦੇ ਵਿੱਚ ਇਹ ਜਿਹੜੇ ਸਾਰੇ ਗੁਣ ਹਨ, ਇਹ ਆਪ ਹੀ ਕਲਗੀਧਰ ਮਹਾਰਾਜ 'ਚ ਮੌਜੂਦ ਵਾ। ਇਸੇ ਕਰਕੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਨਾ ਕਲਗੀਧਰ ਮਹਾਰਾਜ ਨੂੰ ਜਿਸ ਦ੍ਰਿਸ਼ਟੀਕੋਣ ਦੇ ਨਾਲ ਪਛਾਣਿਆ ਹੈ ਨਾ, ਅਤੇ ਉਹਦੇ ਵਿੱਚ ਉਹਨੇ ਇਹ ਗੱਲ ਆਖੀ ਆ ਕਿ ਅਗਰ ਤੁਸੀਂ ਇੱਕ ਕਤਰੇ ਦੇ ਉੱਤੇ ਆਪਣੀ ਮਿਹਰ ਕਰਦੇ ਹੋ ਤਾਂ ਕਤਰੇ ਨੂੰ ਸਾਗਰ ਬਣਾ ਦਿਓ, ਲੇਕਿਨ ਇੱਕ ਆ ਜਿਹੜਾ ਬੰਦਾ ਹੈਗਾ ਜੋ ਗੁਲਾਮ ਹੈਗਾ ਮਾਇਆ ਦਾ, ਇਹਦੇ 'ਤੇ ਮਿਹਰ ਕਰੋ ਅਤੇ ਇਹਨੂੰ ਤੁਸੀਂ ਭਗਵਾਨ ਬਣਾ ਦਿਓ। ਔਰ ਵਾਕਿਆ ਕਲਗੀਧਰ ਮਹਾਰਾਜ ਨੇ ਇਸ ਤਰ੍ਹਾਂ ਹੀ ਕੀਤਾ। ਜਿਵੇਂ ਪੰਜ ਪਿਆਰੇ ਚੁਣੇ, ਉਹਨਾਂ ਨੂੰ ਵੀ ਭਗਵਾਨ ਹੀ ਬਣਾ ਤਾ, ਅਤੇ ਆਪਣੇ ਜਿਹੜੇ ਗੁਰਸਿੱਖ ਵਾ ਉਹਨਾਂ ਨੂੰ ਵੀ ਪਰਮੇਸ਼ਰ ਦਾ ਰੂਪ ਹੀ ਬਣਾ ਤਾ, ਕਿਉਂਕਿ ਜਿੰਨੇ ਵੀ ਸਿੰਘ ਸ਼ਹੀਦ ਕਲਗੀਧਰ ਮਹਾਰਾਜ ਦੇ ਟਾਈਮ ਦੇ ਹੋਏ ਆ, ਅੱਜ ਅਸੀਂ ਉਹਨਾਂ ਸਿੰਘ ਸ਼ਹੀਦਾਂ ਦੇ ਅਸਥਾਨਾਂ 'ਤੇ ਪੂਜ ਕੇ ਉਹਨਾਂ ਦੀ ਜਿਹੜੀ ਪੂਜਾ ਕਰਦੇ ਹਾਂ, ਉਜੋਦੜੀਆਂ ਕਰਦੇ, ਅਰਦਾਸਾਂ ਕਰਦੇ ਹੈਗੇ ਆ। ਕਿਉਂ? ਉਹਨਾਂ ਨੂੰ ਕਲਗੀਧਰ ਮਹਾਰਾਜ ਨੇ ਆਪ ਹੀ ਪਰਮੇਸ਼ਰ ਦਾ ਰੂਪ ਬਣਾਤਾ ਅਤੇ ਇਹ ਆਖਿਆ ਕਿ ਖਾਲਸਾ ਮੇਰਾ ਰੂਪ ਹੈ ਖਾਸ, ਆਪਣਾ ਖਾਸ ਰੂਪ ਬਣਾਤਾ ਹੈਗਾ। ਇਸੇ ਤਰ੍ਹਾਂ ਇਕੱਲੇ ਸਿੱਖਾਂ ਨੂੰ ਖਾਸ ਰੂਪ ਨਹੀਂ ਬਣਾਇਆ, ਜੋ ਵੀ ਕਲਗੀਧਰ ਮਹਾਰਾਜ ਦੇ ਸੰਪਰਕ ਦੇ ਵਿੱਚ ਆ ਗਿਆ ਹੈ ਨਾ, ਮਹਾਰਾਜ ਦੇ ਨਾਲ ਜੁੜ ਗਿਆ, ਸ਼ਰਨ ਵਿੱਚ ਜੁੜ ਗਿਆ, ਮਹਾਰਾਜ ਨੇ ਉਸ ਨੂੰ ਵੀ ਆਪਣਾ ਰੂਪ ਬਖਸ਼ ਦਿੱਤਾ। ਚਾਹੇ ਕੋਈ ਉਹ ਇਸਲਾਮ ਦੇ ਧਰਮ ਨਾਲ ਸੰਬੰਧਿਤ ਸੀਗਾ, ਚਾਹੇ ਉਹ ਗਣੀ ਖਾਨ ਨਬੀ ਖਾਨ ਸੀਗੇ, ਚਾਹੇ ਪੀਰ ਬੁੱਧੂ ਸ਼ਾਹ ਵਰਗੇ ਸੀਗੇ, ਜਾਂ ਇਸ ਤਰ੍ਹਾਂ ਦੇ ਅਨੇਕਾਂ ਹੋਰ ਜਿਹੜੇ ਮਹਾਨ ਸ਼ਖਸੀਅਤਾਂ ਹੋਈਆਂ, ਚਾਹੇ ਉਹ ਹਿੰਦੂ ਧਰਮ ਦੇ ਵਿੱਚ ਜਿਹੜੇ ਸੀ ਉਹ ਹੋਏ ਆ, ਜੋ ਵੀ ਆਇਆ ਹੈ ਨਾ ਕਲਗੀਧਰ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਨੇ ਉਹਨੂੰ ਆਪਣਾ ਰੂਪ ਪ੍ਰਦਾਨ ਕੀਤਾ, ਉਹਨੂੰ ਖਾਲਸ ਰੂਪ ਬਣਾਇਆ। ਅਤੇ ਇਸੇ ਹੀ ਵਿਸ਼ੇ ਦੇ ਆਧਾਰ ਦੇ ਉੱਤੇ ਦਾਸ ਨੇ ਉਹਨਾਂ ਦੀ ਜਿਹੜੀ ਕਥਾ ਪਟਨਾ ਸਾਹਿਬ ਹੋਈ ਸੀ, ਉਸ ਦੇ ਉੱਤੇ ਇੱਕ ਜਿਹੜੀ ਵਿਚਾਰ ਹੈ ਨਾ ਪੰਡਿਤ ਸ਼ਿਵਦੱਤ ਜੀ ਦੇ ਬਾਰੇ ਹੈ, ਇਹ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਥੋੜ੍ਹਾ ਉਪਰਾਲਾ ਕੀਤਾ। ਦੇਖੋ, ਪਟਨਾ ਸਾਹਿਬ ਦੀ ਧਰਤੀ ਕਿੰਨੀ ਮੁਬਾਰਕ ਵਾਲੀ ਆ, ਕਿੰਨੀ ਪਵਿੱਤਰ ਵਾ, ਕਿੰਨੀ ਉੱਚੀ ਅਤੇ ਸੁੱਚੀ ਧਰਤੀ ਆ, ਜਿੱਥੇ ਆਪ ਕਲਗੀਧਰ ਮਹਾਰਾਜ ਨੇ ਪ੍ਰਕਾਸ਼ ਲਿਆ ਕਿ ਪਟਨਾ ਸ਼ਹਿਰ ਵਿਖੇ ਭੱਬ ਲਿਓ। ਪਰ ਉੱਥੇ ਇੱਕ ਪਹਿਲਾਂ ਇੱਕ ਮਹਾਨ ਰੂਹ ਰਹਿੰਦੀ ਸੀ, ਪੰਡਿਤ ਸ਼ਿਵਦੱਤ ਜੀ। ਹੁਣ ਜਿਹੜੇ ਪੰਡਿਤ ਸ਼ਿਵਦੱਤ ਸੀਗੇ ਬੜੇ ਮਹਾਨ ਵਿਦਵਾਨ ਸੀਗੇ, ਵੇਦਾਂ ਦੇ ਗਿਆਤਾ ਸੀਗੇ, ਸਿਮਰਤ ਸ਼ਾਸਤਰਾਂ ਦੇ ਘੋਖੀ ਸੀਗੇ, ਅਤੇ ਉਹਨਾਂ ਦੇ ਆਪਣੇ ਉੱਥੇ ਮਰੀਦ ਵੀ ਸੀ। ਉਹਨਾਂ ਨੇ ਜਦ ਰਮਾਇਣ ਪੜ੍ਹੀ ਆ, ਔਰ ਵਾਲਮੀਕ ਜੀ ਦੀ ਔਰ ਤੁਲਸੀਦਾਸ ਜੀ ਦੀ, ਜਿੱਥੋਂ ਉਹਨਾਂ ਦੇ ਮਨ ਦੇ ਵਿੱਚ ਇੱਕ ਸੰਕਲਪ, ਇੱਕ ਇੱਛਾ ਹੋਈ ਆ ਕਿ ਭਗਵਾਨ ਰਾਮ ਚੰਦਰ ਜਿਹੜੇ ਹੋਏ ਆ, ਜਿਨ੍ਹਾਂ ਦਾ ਜ਼ਿਕਰ ਰਮਾਇਣ ਦੇ ਵਿੱਚ ਆਇਆ ਹੈਗਾ, ਜਿਹਨੂੰ ਕਲਗੀਧਰ ਮਹਾਰਾਜ ਨੇ ਕਿਹਾ ਵੀ ਕਿ ਰਾਮ ਕਥਾ ਜੁਗ ਜੁਗ ਟਲ ਸਭ ਕੋ ਭਗਤ ਨੇਤ, ਸੋ ਉਸ ਦੇ ਸਾਨੂੰ ਹੈ ਨਾ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ। ਅਗਰ ਮੈਨੂੰ ਭਗਵਾਨ ਦੇ ਰਾਮ ਚੰਦਰ ਜੀ ਦੇ ਦਰਸ਼ਨ ਹੋ ਜਾਣ ਇਸ ਜੀਵਨ ਦੇ ਵਿੱਚ ਤਾਂ ਮੇਰੇ ਧੰਨ ਭਾਗ ਹੋ ਜਾਣ। ਇਹ ਸੋਚ ਕੇ ਜਿਹੜਾ ਸੰਕਲਪ ਵਿਚਾਰ ਪੰਡਿਤ ਸ਼ਿਵਦੱਤ ਜੀ ਦੇ ਅੰਦਰ ਜਿਹੜਾ ਉੱਠਿਆ ਸੀਗਾ ਹੈ ਨਾ, ਉਸ ਨੇ ਪੰਡਿਤ ਸ਼ਿਵਦੱਤ ਜੀ ਨੂੰ ਬੈਰਾਗੀ ਬਣਾ ਦਿੱਤਾ। ਅਤੇ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਉਹ ਇਸੇ ਹੀ ਬਰਾਗ ਦੇ ਵਿੱਚ ਇੱਕ ਛੋਟੀ ਜਿਹੀ ਕੁਟੀਆ ਆਸ਼ਰਮ ਬਣਾ ਕੇ ਪਟਨਾ ਸ਼ਹਿਰ ਤੋਂ ਬਾਅਦ ਇੱਕ ਨਦੀ ਦੇ ਕਿਨਾਰੇ 'ਤੇ ਰਹਿਣ ਲੱਗ ਪਏ, ਅਤੇ ਭਗਵਾਨ ਰਾਮ ਚੰਦਰ ਜੀ ਦੇ ਜਿਹੜੇ ਧਿਆਨ ਦੇ ਵਿੱਚ, ਪ੍ਰੇਮ ਦੇ ਵਿੱਚ ਮਗਨ ਬੈਠੇ ਰਹਿੰਦੇ।
ਪਰ ਅਸਲ ਦੇ ਵਿੱਚ ਕੀ ਸੀ ਕਿ ਪੰਡਿਤ ਸ਼ਿਵਦੱਤ ਜੀ ਚਾਹੇ ਪੰਡਿਤ ਸੀਗੇ, ਗਿਆਤਾ ਸੀਗੇ, ਸਭ ਕੁਝ ਸੀਗਾ, ਲੇਕਿਨ ਜਿਵੇਂ ਗੁਰਬਾਣੀ 'ਚ ਕਿਹਾ ਹੈਗਾ ਕਿ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਸੋ ਗੁਰੂ ਹੋਣਾ ਚਾਹੀਦਾ ਹੈ ਸੱਚਾ ਪੂਰਾ, ਅਤੇ ਗੁਰੂ ਤੋਂ ਬਿਨਾਂ ਇਸ ਚੀਜ਼ ਦੀ ਸੋਝ ਹੀ ਨਹੀਂ ਹੈਗੀ ਆ ਕਿ ਅਸਲ ਦੇ ਵਿੱਚ ਜੋ ਸੰਕਲਪ ਉੱਠਦੇ ਆ ਜਾਂ ਜਿਹੜੀ ਚੀਜ਼ ਉੱਠਦੀ ਆ ਅਸਲ ਵਿੱਚ ਉਹ ਹੈ ਕੀ ਹੈ, ਉਹਦਾ ਮਨੋਰਥ ਕੀ ਹੈ। ਇਸੇ ਚੀਜ਼ ਨੂੰ ਕਲਗੀਧਰ ਮਹਾਰਾਜ ਨੇ ਜਿਹੜੇ ਹਨ ਪੰਡਿਤ ਸ਼ਿਵਦੱਤ ਜੀ ਦੇ ਨਾਲ ਭੇਟ ਦੇ ਵਿੱਚ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਉਹਨਾਂ ਟਾਈਮਾਂ ਦੇ ਵਿੱਚ ਜਦ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਉਹ ਇਸ ਧਿਆਨ ਮਗਨਤਾ 'ਤੇ ਸੀਗੇ, ਅਤੇ ਕਲਗੀਧਰ ਮਹਾਰਾਜ ਦਾ ਉਦੋਂ ਜਿਹੜੀ ਸਮਾਂ ਸੀਗਾ ਜਾਂ ਉਮਰ ਦਾ ਤਕਾਜ਼ਾ ਸੀਗਾ ਉਹ ਸੀਗਾ ਬਚਪਨਾ। ਬਹੁਤ ਛੋਟੀ ਜਿਹੀ ਉਮਰ, 4-5 ਸਾਲ, ਇੱਕ ਬਿਲਕੁਲ ਨਾਮ ਗੋਬਿੰਦ ਰਾਏ, ਇੱਕ ਬੜੀ ਭੋਲੀ ਭਾਲੀ ਉਮਰ, ਇੱਕ ਮਸਤੀ ਦੀ ਉਮਰ, ਬੇਪਰਵਾਹੀ ਦੀ ਬਾਦਸ਼ਾਹੀ ਦੀ ਉਮਰ ਹੈ। ਪਿਆਰ ਕਿਉਂਕਿ ਕਲਗੀਧਰ ਮਹਾਰਾਜ ਤਾਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਹੈ ਕਿ ਜਿਨ੍ਹਾਂ ਨੇ ਆਪਣਾ ਪਿਛਲਾ ਜਨਮ ਜਿਹੜਾ ਹੈਗਾ ਉਹ ਬਚਿੱਤਰ ਨਾਟਕ ਦੇ ਵਿੱਚ ਬੜਾ ਖੂਬਸੂਰਤ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਏ ਆ। ਇਹੋ ਜਿਹਾ ਦੁਨੀਆ ਦੇ ਵਿੱਚ ਚਾਹੇ ਬਹੁਤ ਅਵਤਾਰ ਹੋਇਆ, ਕਿਸੇ ਨੇ ਆਪਣਾ ਪਿਛਲਾ ਨਹੀਂ ਦੱਸਿਆ ਜਨਮ ਕਿ ਮੈਂ ਕਿੱਥੋਂ ਆਇਆ ਅਤੇ ਪਹਿਲਾਂ ਕੀ ਸੀ ਅਤੇ ਮੇਰਾ ਮਨੋਰਥ ਕੀ ਹੈ। ਲੇਕਿਨ ਕਲਗੀਧਰ ਮਹਾਰਾਜ ਨੇ ਆਪਣੇ ਜਨਮ ਦੇ ਅੰਦਰ ਹੀ 5-7 ਦਿਨਾਂ ਦੇ ਵਿੱਚ ਜਿਹੜੇ ਮੁਸਲਮਾਨ ਸੀਗੇ ਉਹਨਾਂ ਦੇ ਕੁੱਜਿਆਂ 'ਤੇ ਉੱਥੇ ਹੱਥ ਰੱਖ ਕੇ ਦੱਸ ਦਿੱਤਾ ਸੀ ਕਿ ਨਾ ਮੈਂ ਹਿੰਦੂਆਂ ਦਾ ਪੀਰ, ਨਾ ਮੈਂ ਸਿੱਖਾਂ ਦਾ, ਮੈਂ ਸਭ ਦਾ ਸਾਂਝਾ। ਭਾਵ ਕੀ ਹੈ, ਗੁਰੂ ਨਾਨਕ ਸਾਹਿਬ ਦਾ ਜਿਹੜਾ ਧਰਮ ਹੈ ਨਾ ਸਰਬ ਸਾਂਝਾ ਧਰਮ ਹੈਗਾ। ਕੋਈ ਵੀ ਆਵੇ ਇਹਦੇ ਵਿੱਚ ਉਹ ਆਪਣੀਆਂ ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ। ਇਸੇ ਤਰ੍ਹਾਂ ਹੀ ਕਲਗੀਧਰ ਮਹਾਰਾਜ ਜਦ ਬਤ ਦੇ ਵਿੱਚ ਆਪਣੇ ਬੱਚਿਆਂ ਨਾਲ ਖੇਡਦੇ ਇੱਕ ਦਿਨ ਉੱਧਰ ਨਿਕਲੇ ਆ ਜਿੱਧਰ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਉਹ ਧਿਆਨ ਅਵਸਥਾ 'ਚ ਬੈਠੇ ਸੀਗੇ। ਪਰ ਕਿਉਂਕਿ ਇਹ ਜਿਹੜਾ ਸਮਾਂ ਸੀ ਨਾ ਪੰਡਿਤ ਸ਼ਿਵਦੱਤ ਜੀ ਦਾ, ਰਾਮਚੰਦਰ ਭਗਵਾਨ ਜੀ ਦੇ ਦਰਸ਼ਨ ਕਰਨ ਦੀ ਇੱਛਾ ਦਾ ਜਿਹੜਾ ਸੰਕਲਪ ਸੀਗਾ, ਬਹੁਤ ਸਮਾਂ ਹੋ ਗਿਆ ਸੀਗਾ, ਪਰ ਇਹਦੇ ਵਿੱਚ ਉਹਨਾਂ ਨੂੰ ਦਰਸ਼ਨ ਨਹੀਂ ਹੋਏ। ਉਹ ਇਸੇ ਹੀ ਧਿਆਨ ਦੇ ਜਾਂ ਕਿਸੇ ਆਸ ਦੀ ਕਿਰਨ ਦੇ ਵਿੱਚ ਬੈਠੇ ਸੀਗੇ, ਅਤੇ ਮਹਾਰਾਜ ਨੇ ਫਿਰ ਉਸ ਟਾਈਮ ਪੰਡਿਤ ਸ਼ਿਵਦੱਤ ਜੀ ਦੀ ਅੰਦਰਲੀ ਜਿਹੜੀ ਹੈ ਨਾ ਸ਼ੁੱਧਤਾ ਨੂੰ ਦੇਖਿਆ ਹੈਗਾ। ਪਰ ਇਹ ਵੀ ਦੇਖਿਆ ਕਿ ਪੰਡਿਤ ਸ਼ਿਵਦੱਤ ਜੀ ਭਾਵੇਂ ਅੰਦਰ ਉਹਨਾਂ ਦੀ ਸ਼ੁੱਧ ਹੀ ਹੈਗੀ ਆ, ਪਰ ਬਾਹਰੋਂ ਹੋਣਾ ਕਿਸੇ ਭਰਮ ਦਾ ਸ਼ਿਕਾਰ ਆ, ਕਿਉਂਕਿ ਗੁਰੂ ਨਹੀਂ ਹੈ, ਗਿਆਨ ਵਾਲਾ ਗੁਰੂ ਨਹੀਂ ਹੈਗਾ। ਇਸ ਕਰਕੇ ਹੁਣ ਪੰਡਿਤ ਸ਼ਿਵਦੱਤ ਜੀ ਜਿਨ੍ਹਾਂ ਦੀ ਉਮਰ ਬਹੁਤ ਸੀਗੀ ਔਰ ਮਹਾਰਾਜ ਦੀ ਉਮਰ ਸੀ 4-5 ਸਾਲ, ਉਹਨਾਂ ਨੂੰ ਗਿਆਨ ਕਿਵੇਂ ਦਿੱਤਾ ਜਾ ਸਕਦਾ ਹੈਗਾ। ਪਰ ਮਹਾਰਾਜ ਨੇ ਉਸ ਟਾਈਮ ਇੱਕ ਚੋਜ ਖੇਡਿਆ ਐਸਾ ਕਿ ਜਦ ਪੰਡਿਤ ਸ਼ਿਵਦੱਤ ਜੀ ਵੱਲ ਬੱਚਿਆਂ ਨਾਲ ਖੇਡਣ ਗਏ ਆ, ਉਸ ਟਾਈਮ ਪੰਡਿਤ ਸ਼ਿਵਦੱਤ ਜੀ ਨੇ ਕੀ ਤੱਕਿਆ ਕਿ ਇਸ ਹਵਾ ਦੇ ਅੰਦਰ, ਵਾਤਾਵਰਨ ਦੇ ਅੰਦਰ ਬਹੁਤ ਸੋਹਣੀ ਜਿਹੜੀ ਹੈ ਨਾ ਠੰਡੀਆਂ ਹਵਾਵਾਂ ਦੇ ਬੁੱਲੇ ਆਏ। ਜਦ ਇਹ ਬੁੱਲੇ ਪੰਡਿਤ ਸ਼ਿਵਦੱਤ ਜੀ ਨੂੰ ਛੋਏ ਹਨ ਅਨੁਭਵ ਦੇ ਵਿੱਚ ਆਏ, ਬੜਾ ਹੈਰਾਨ ਹੋਇਆ ਕਿ ਇਹੋ ਜਿਹੀ ਠੰਡੀ ਹਵਾ ਕਦੀ ਮੈਂ ਜ਼ਿੰਦਗੀ 'ਚ ਨਹੀਂ ਤੱਕੀ। ਅੱਜ ਜਿਹੜੀ ਮੇਰੇ ਬਦਨ ਨੂੰ ਜਿਹੜੀ ਹੈ ਨਾ ਛੋ ਕੇ ਜਾ ਰਹੀ ਆ। ਪਰ ਦੂਸਰਾ ਉਹਨੇ ਉਸੇ ਪਲ ਬਾਅਦ ਕੀ ਤੱਕਿਆ ਕਿ ਇਸ ਹਵਾ ਤੋਂ ਬਾਅਦ ਇਹਨਾਂ ਬੁੱਲਿਆਂ ਦੇ ਵਿੱਚ ਬੜੀਆਂ ਸੁੰਦਰ ਸੁਗੰਧੀਆਂ ਆਈਆਂ। ਇਉਂ ਸੁਗੰਧੀਆਂ ਆਈਆਂ ਜਿਵੇਂ ਪੂਰਾ ਹੈ ਨਾ ਚੰਦਨ ਦਾ ਬਗੀਚਾ ਜਿਹੜਾ ਹੈਗਾ ਉਸ ਪਾਸੇ ਨੂੰ ਆਪਣੀ ਹਵਾ ਜਿਹੜੀ ਉਹ ਛੱਡ ਰਿਹਾ ਹੈਗਾ। ਅਤੇ ਪੰਡਿਤ ਸ਼ਿਵਦੱਤ ਜੀ ਜਿਹੜੇ ਦੇ ਮਨ ਦੇ ਵਿੱਚ ਬੜੇ ਹੈਰਾਨ ਹੋਏ, ਪਰ ਮਨ ਹੀ ਮਨ ਪ੍ਰਸੰਨਤਾ ਵੀ ਆਈ ਕਿ ਅੱਜ ਕੁਛ ਲੱਗਦਾ, ਕਿਉਂਕਿ ਨਿਸ਼ਾਨੀਆਂ ਜਿਹੜੀਆਂ ਹਨ ਉਹ ਪ੍ਰਗਟ ਹੋਣ ਲੱਗ ਪੈਂਦੀਆਂ ਕਿ ਹੋ ਸਕਦਾ ਅੱਜ ਕੋਈ ਐਸੀ ਘਟਨਾ ਹੋਵੇ ਕਿ ਜਿਹਦੇ ਮੈਨੂੰ ਸੰਕੇਤ ਜਿਹੜੇ ਹੈ ਉਹ ਮਿਲਣੇ ਸ਼ੁਰੂ ਹੋ ਗਏ। ਪਰ ਹਜੇ ਇਸੇ ਸੋਚ ਵਿਚਾਰ 'ਚ ਸੀਗੇ ਕਿ ਪੰਡਿਤ ਸ਼ਿਵਦੱਤ ਜੀ ਦੇ ਸਾਹਮਣੇ ਜਿਹੜਾ ਸੀਗਾ ਯਕਦਮ ਇੱਕ ਬੜਾ ਭਾਰੀ ਧਮਾਕਾ ਹੋਇਆ। ਉਸ ਧਮਾਕੇ ਵਿੱਚ ਇੱਕ ਬੜਾ ਭਾਰੀ ਪ੍ਰਕਾਸ਼ ਹੋਇਆ। ਉਸ ਪ੍ਰਕਾਸ਼ ਦੇ ਵਿੱਚ ਪੰਡਿਤ ਸ਼ਿਵਦੱਤ ਜੀ ਨੇ ਕੀ ਤੱਕਿਆ ਕਿ ਭਗਵਾਨ ਰਾਮਚੰਦਰ ਸਾਖਸ਼ਾਤ ਪ੍ਰਤੱਖ ਮੁਨੀ ਭੇਸ਼ ਦੇ ਵਿੱਚ ਉਸ ਪ੍ਰਕਾਸ਼ ਦੇ ਵਿੱਚ ਖੜੇ ਜਿਹੜੇ ਹੈ ਉਹ ਪੰਡਿਤ ਸ਼ਿਵਦੱਤ ਜੀ ਦੇਖ ਕੇ ਮੁਸਕਰਾ ਰਹੇ ਆ। ਬਸ ਜਦ ਪੰਡਿਤ ਸ਼ਿਵਦੱਤ ਜੀ ਨੇ ਆਹ ਜਿਹੜਾ ਦ੍ਰਿਸ਼ ਦੇਖਿਆ ਸੀ ਹੈ ਨਾ, ਇਸ ਦ੍ਰਿਸ਼ ਨੂੰ ਦੇਖ ਕੇ ਇੰਨੇ ਭਾਵੁਕ ਹੋ ਗਏ, ਇੰਨੇ ਵਿਆਕੁਲ ਹੋ ਗਏ, ਉਹਨਾਂ ਦੀਆਂ ਅੰਦਰੋਂ ਜਿਹੜੀਆਂ ਸੀ ਚਾਂਘਾਂ ਨਿਕਲੀਆਂ ਖੁਸ਼ੀ 'ਚ। ਅਤੇ ਮਨ ਦੇ ਵਿੱਚ ਇਹ ਜਿਹੜੇ ਫੁਰਨੇ ਤੂਫਾਨ ਦੀ ਸ਼ਕਲ ਦੇ ਨਾਲ ਆਇਆ ਕਿ ਅੱਜ ਮੇਰੀ ਤਪੱਸਿਆ ਪੂਰੀ ਹੋ ਗਈ ਆ। ਅੱਜ ਸਾਰੀ ਉਮਰ ਤਪੱਸਿਆ ਦਾ ਫਲ ਜਿਹੜਾ ਸੀ, ਮੇਰਾ ਸੰਕਲਪ ਸੀਗਾ ਕਿ ਭਗਵਾਨ ਰਾਮਚੰਦਰ ਮਹਾਰਾਜ ਦੇ ਦਰਸ਼ਨ ਕਰਾਂ, ਅੱਜ ਇਹ ਮੇਰਾ ਪੂਰਾ ਹੋ ਗਿਆ। ਬਸ ਇਸੇ ਹੈ ਨਾ ਸੁੱਧ ਪੁੱਤ ਦੇ ਵਿੱਚ ਅਤੇ ਪੰਡਿਤ ਸ਼ਿਵਦੱਤ ਜੀ ਜਿਹੜੇ ਸੀ ਉੱਧਰ ਨੂੰ ਭੱਜੇ ਆ ਜਿੱਧਰ ਇਹ ਜਿਹੜਾ ਸੀਗਾ ਜੋ ਦਰਸ਼ਨਾਂ ਦਾ ਦ੍ਰਿਸ਼ ਸੀਗਾ ਨਾ ਪੰਡਿਤ ਸ਼ਿਵਦੱਤ ਜੀ ਨੇ ਜਿਹੜਾ ਸੀ ਉਹ ਪ੍ਰਤੱਖ ਤੱਕਿਆ ਸੀਗਾ।
ਪਰ ਜਿਉਂ ਹੀ ਪੰਡਿਤ ਸ਼ਿਵਦੱਤ ਜੀ ਉਸ ਚਾਨਣੇ 'ਚ ਗਏ ਆ, ਜਦ ਕੀ ਦੇਖਿਆ ਤੇ ਭਗਵਾਨ ਰਾਮਚੰਦਰ ਮਹਾਰਾਜ ਜਿਹੜੇ ਆਪਣੇ ਮੁਨੀ ਬੇਸ਼ੇ ਖੜੇ ਮੁਸਕਰਾ ਰਹੇ ਆ। ਤੇ ਪੰਡਿਤ ਸ਼ਿਵਦੱਤ ਜੀ ਜਾਂਦੇ ਸਾਰੀ ਭਗਵਾਨ ਰਾਮਚੰਦਰ ਮਹਾਰਾਜ ਦੇ ਚਰਨਾਂ ਦੇ ਉੱਤੇ ਡਿੱਗ ਪਏ। ਤੇ ਜਦ ਡਿੱਗਦੇ ਸਾਰੀ ਹੈ ਨਾ, ਤੇ ਉਹ ਪ੍ਰੇਮ ਦੇ ਵਿੱਚ ਜਿਹੜੇ ਸੀਗੇ ਉਹ ਮੂਰਛਤ ਹੋ ਗਏ। ਤੇ ਉਹਨਾਂ ਨੇ ਇਸ ਮੂਰਛਤਾ ਦੇ ਵਿੱਚ ਭਗਵਾਨ ਰਾਮਚੰਦਰ ਜੀ ਦੇ ਜਿਹੜੇ ਚਰਨ ਸੀਗੇ ਆਪਣੇ ਅਥਰੂਆਂ ਨਾਲ ਧੋਤੇ। ਜਦ ਧੋਤੇ ਆ, ਜਦ ਇਹ ਪ੍ਰੇਮ ਦਾ ਤੂਫਾਨ ਦਾ ਵੇਗ ਥੋੜ੍ਹਾ ਟਾਈਮ ਥੰਮਿਆ ਹੈਗਾ, ਤੇ ਪੰਡਿਤ ਸ਼ਿਵਦੱਤ ਦੀ ਜਦ ਚੇਤਨਾ ਜਿਹੜੀ ਸੀਗੀ ਉਹ ਫਿਰ ਵਾਪਸ ਆਈ ਹੈ ਇਸ ਬਰਾਗ ਤੋਂ। ਜਦ ਕੀ ਤੱਕਿਆ ਕਿ ਜਿਸ ਜਗ੍ਹਾ ਪੰਡਿਤ ਸ਼ਿਵਦੱਤ ਜੀ ਨੇ ਆਪਣਾ ਹੈ ਨਾ ਚਰਨ ਟਿਕਾਇਆ ਹੈਗਾ, ਉਸ ਚਰਨ ਜਿਹੜੇ ਸੀਗੇ ਉਹ ਬੜੇ ਛੋਟੇ ਛੋਟੇ ਨਜ਼ਰ ਆਏ। ਜਿੱਥੇ ਆਪਣਾ ਉਹਨਾਂ ਨੇ ਮਸਤਕ ਰੱਖਿਆ ਸੀ ਚਰਨਾਂ ਦੇ ਉੱਤੇ, ਬਹੁਤ ਛੋਟੇ ਛੋਟੇ। ਅਤੇ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਇਹ ਦੇਖ ਕੇ ਤੇ ਮਨ ਹੀ ਮਨ ਅੰਦਰ ਜਿਹੜੇ ਸੀਗੇ ਉਹ ਹੈਰਾਨ ਹੋ ਗਏ ਕਿ ਹੁਣ ਤਾਂ ਭਗਵਾਨ ਰਾਮਚੰਦਰ ਸੀ, ਇਹ ਛੋਟੇ ਚਰਨ ਕਿਹਦੇ ਆ। ਪਰ ਜਿਉਂ ਹੀ ਪੰਡਿਤ ਸ਼ਿਵਦੱਤ ਜੀ ਨੇ ਆਪਣਾ ਜਿਹੜਾ ਸੀਗਾ ਉਹ ਮੁਖੜਾ ਉੱਪਰ ਨੂੰ ਚੱਕ ਕੇ ਤੇ ਜਦ ਉੱਪਰ ਦੇਖਿਆ ਤਾਂ ਕੀ ਦੇਖਿਆ, ਇੱਕ ਛੋਟਾ ਜਿਹਾ 4-5 ਸਾਲ ਦਾ ਬਾਲਕ ਖੜਾ ਹੈ ਨਾ, ਪੰਡਿਤ ਸ਼ਿਵਦੱਤ ਜੀ ਵੱਲ ਦੇਖ ਕੇ ਮੁਸਕਰਾ ਰਿਹਾ ਸੀਗਾ। ਬਸ ਉਸ ਬਾਲਕ ਦਾ ਜਿਹੜਾ ਤੇਜ ਤਪਸਵੀ ਇੰਨਾ ਸੀਗਾ ਕਿ ਪੰਡਿਤ ਸ਼ਿਵਦੱਤ ਜੀ ਕੋਲ ਚੱਲਿਆ ਨਹੀਂ ਗਿਆ। ਇੰਨੀ ਮੋਹਣੀ ਮੂਰਤ ਸੀਗੀ, ਇੰਨੀ ਸੋਹਣੀ ਸੂਰਤ ਸੀ। ਪੰਡਿਤ ਸ਼ਿਵਦੱਤ ਜੀ ਇਹ ਦਰਸ਼ਨ ਕਰਦੇ ਸਾਰੀ ਹੈ ਨਾ ਝੱਲੇ ਜਿਹੇ ਹੋ ਗਏ। ਜਦ ਝੱਲਪੁਣੇ ਦੀ ਅਵਸਥਾ ਵਿੱਚ ਆਏ ਆ, ਉਸੇ ਟਾਈਮ ਉਸ ਬਾਲਕ ਨੇ, ਜਿਨ੍ਹਾਂ ਨੂੰ ਅਸੀਂ ਗੋਬਿੰਦ ਰਾਏ ਕਹਿੰਦੇ ਹਾਂ, ਪੰਡਿਤ ਸ਼ਿਵਦੱਤ ਜੀ ਦੇ ਕੰਨ ਦੇ ਕੋਲ ਜਾ ਕੇ ਹੈ ਨਾ ਇੱਕ ਆਵਾਜ਼ ਇੰਨੀ ਮਿੱਠੀ ਪਿਆਰੀ ਲਗਾਈ। ਉਸ ਆਵਾਜ਼ ਵਿੱਚ ਉਹਨਾਂ ਨੇ ਪੰਡਿਤ ਸ਼ਿਵਦੱਤ ਜੀ ਦੇ ਕੰਨ 'ਚ ਕਿਹਾ ਕਿ ਬਾਬਾ ਝਾਤ। ਬਸ ਇਹ ਜਿਹੜਾ ਬਾਬਾ ਝਾਤ ਸ਼ਬਦ ਸੀਗਾ ਹੈ ਨਾ, ਇਹ ਜਿਉਂ ਹੀ ਪੰਡਿਤ ਸ਼ਿਵਦੱਤ ਜੀ ਦੇ ਕੰਨਾਂ ਦੇ ਵਿੱਚ ਗੂੰਜਿਆ ਤੇ ਦੇਖੋ ਇਹਦਾ ਕਮਾਲ ਕਿ ਪੰਡਿਤ ਸ਼ਿਵਦੱਤ ਜੀ ਨੂੰ 3 ਲੋਕਾਂ ਦੀ ਖਬਰ ਹੋ ਗਈ। ਪੂਰੀ ਬ੍ਰਹਿਮੰਡ ਦੇ ਅੰਦਰ ਜੋ ਸ਼ਕਤੀ ਜਿਹੜੀ ਆ ਉਹ ਜਾਗਤ ਜੋਤ ਹੈਗੀ ਆ, ਆਪਣੇ ਪੂਰੇ ਜੋਬਨ ਦੇ ਵਿੱਚ ਇੱਕ ਜਗ੍ਹਾ ਜਿਹੜੀ ਟਿਕੀ ਹੋਈ ਹੈ ਨਾ, ਉਹ ਨਜ਼ਰ ਆਈ। ਜਿਉਂ ਹੀ ਪੰਡਿਤ ਸ਼ਿਵਦੱਤ ਜੀ ਨੇ ਇਹ ਦ੍ਰਿਸ਼ ਦੇਖਿਆ, ਦੇਖਦੇ ਸਾਰ ਹੀ ਬਸ ਇੱਕ ਐਸੀ ਅਚਰਜ ਅਵਸਥਾ 'ਚ ਚਲੇ ਗਏ ਕਿ ਜਿਹਨੂੰ ਅਸੀਂ ਮੌਨ ਅਵਸਥਾ ਆਖਦੇ ਹਾਂ। ਭਾਵ ਕੀ ਆ ਕਿ ਉਹ ਦ੍ਰਿਸ਼ਟੀ, ਉਹ ਧਿਆਨ, ਉਹ ਬ੍ਰਹਮ ਗਿਆਨ ਜਿਹੜਾ ਪੰਡਿਤ ਸ਼ਿਵਦੱਤ ਜੀ ਨੂੰ ਬਾਬਾ ਝਾਤ ਦੇ ਸ਼ਬਦ ਦੇ ਵਿੱਚ ਹੀ ਸਾਰਾ ਕੁਝ ਪ੍ਰਾਪਤ ਹੋ ਗਿਆ। ਜਦ ਇਹ ਜਿਹੜੇ ਦਰਸ਼ਨ ਅਕਾਲ ਪੁਰਖ ਦੇ ਪੰਡਿਤ ਸ਼ਿਵਦੱਤ ਜੀ ਨੇ ਤੱਕੇ ਆ, ਜਦ ਤੱਕਦਿਆਂ ਸਾਰੀ ਉਹਨਾਂ ਦੀ ਜਦ ਸੁਰਤ ਦੁਆਰਾ ਫਿਰ ਸਰੀਰ 'ਚ ਆਈ ਆ, ਜਦ ਕੀ ਦੇਖਿਆ ਤਾਂ ਉਹੀ ਬਾਲਕ ਮੋਹਰੇ ਖੜੇ ਜਿਹੜੇ ਸੀ ਉਹ ਪੰਡਿਤ ਸ਼ਿਵਦੱਤ ਜੀ ਵੱਲ ਦੇਖ ਕੇ ਮੁਸਕਰਾ ਰਹੇ ਸੀ। ਬਸ ਹਜੇ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਉਹ ਮਨ ਵਿੱਚ ਕੋਈ ਸਮਝਣ, ਉਹ ਤੋਂ ਪਹਿਲੇ ਗੋਬਿੰਦ ਰਾਏ ਜਿਹੜੇ ਮਹਾਰਾਜ ਸੀਗੇ ਉਹ ਉਸੇ ਟਾਈਮ ਹੀ ਪੰਡਿਤ ਸ਼ਿਵਦੱਤ ਜੀ ਦੇ ਅੱਗਿਓਂ ਜਿਹੜੇ ਸੀ ਉਹ ਨੱਠ ਕੇ ਆਪਣੇ ਜਿਹੜੇ ਖੇਡਣ ਵਾਲੇ ਬਾਲਕ ਸੀ ਉਹਨਾਂ ਨਾਲ ਜਾ ਰਲੇ। ਪਰ ਇੱਥੇ ਫਿਰ ਪੰਡਿਤ ਸ਼ਿਵਦੱਤ ਜੀ ਨੂੰ ਜੋ ਪੂਰਨ ਸੋਝੀ ਹੋ ਗਈ ਸੀ ਉਹ ਇਹੋ ਹੀ ਆ ਕਿ ਇਹੋ ਹੀ ਅਕਾਲ ਸ਼ਕਤੀ ਹੈਗੀ ਆ ਜੋ ਪਰਮੇਸ਼ਰ ਦਾ ਬਿਲਕੁਲ ਛੋਟਾ ਰੂਪ ਧਾਰ ਕੇ ਸੰਸਾਰ 'ਚ ਆਈ ਆ, ਅਤੇ ਇਹ ਦੁਸ਼ਟਾਂ ਦਾ ਸੰਘਾਰ ਕਰਕੇ ਅਤੇ ਸੰਤਾਂ ਦੀ ਰੱਖਿਆ ਕਰੇਗੀ ਅਤੇ ਧਰਤੀ ਦੇ ਜੀਵਾਂ ਨੂੰ ਸੁੱਖ ਪ੍ਰਦਾਨ ਕਰੇਗੀ। ਬਸ ਉਸ ਤੋਂ ਬਾਅਦ ਫਿਰ ਪੰਡਿਤ ਸ਼ਿਵਦੱਤ ਜੀ ਦੀ ਜਿਹੜੀ ਮਨ ਦੀ ਦਸ਼ਾ ਸੀ ਜਿਹਨੇ ਇਸ ਢੰਗ ਦੀ ਹੋ ਗਈ ਸੀ ਕਿ ਉਹਨਾਂ ਦੇ ਅੰਦਰੋਂ ਜਿਹੜੀਆਂ ਆਵਾਜ਼ਾਂ ਨਿਕਲੀਆਂ ਸੀ ਕਿ ਮੇਰੇ ਬਾਲਾ ਪ੍ਰੀਤਮ, ਮੇਰੇ ਬਾਲਾ ਪ੍ਰੀਤਮ। ਔਰ ਇਸ ਬਾਲਾ ਪ੍ਰੀਤਮ ਦੀ ਧੁਨੀ ਦੇ ਵਿੱਚ ਪੰਡਿਤ ਸ਼ਿਵਦੱਤ ਜੀ ਫਿਰ ਹਰ ਟਾਈਮ ਧਿਆਨ ਦੇ ਵਿੱਚ ਜਿਹੜੇ ਸੀ ਉਹ ਰਹਿਣੇ ਸ਼ੁਰੂ ਹੋ ਗਏ। ਜਦ ਧਿਆਨ ਦੇ ਵਿੱਚ ਜਿਹੜੇ ਰਹਿਣੇ ਸ਼ੁਰੂ ਹੋ ਗਏ ਅਤੇ ਉਸ ਟਾਈਮ ਜਿਹੜਾ ਪਹਿਲਾ ਧਿਆਨ ਭਗਵਾਨ ਰਾਮਚੰਦਰ ਦਾ ਧਰਦੇ ਸੀਗੇ, ਉਹ ਜਿਹੜਾ ਧਿਆਨ ਸੀਗਾ ਉਹ ਹੁਣ ਇਸ ਤਰ੍ਹਾਂ ਫਿੱਕਾ ਹੋ ਗਿਆ ਜਿਵੇਂ ਸੂਰਜ ਦੇ ਮੂਹਰੇ ਲੱਖਾਂ ਤਾਰਿਆਂ ਦੀ ਰੋਸ਼ਨੀ ਜਿਹੜੀ ਉਹ ਫਿੱਕੀ ਹੋ ਜਾਂਦੀ, ਕਿਉਂਕਿ ਅਸਲੀਅਤ ਜਿਹੜੀ ਹੈ ਨਾ, ਜੋ ਅਸਲ ਹੈ ਗਿਆਨ, ਉਹ ਸਾਹਮਣੇ ਆ ਗਿਆ। ਬਸ ਫਿਰ ਕੀ ਸੀ, ਪੰਡਿਤ ਸ਼ਿਵਦੱਤ ਜੀ ਉਸੇ ਹੀ ਕਿਨਾਰੇ 'ਤੇ ਜਿੱਥੇ ਕਲਗੀਧਰ ਮਹਾਰਾਜ ਨੇ ਭਗਵਾਨ ਰੂਪ ਦੇ ਵਿੱਚ ਪੰਡਿਤ ਸ਼ਿਵਦੱਤ ਜੀ ਨੂੰ ਦਰਸ਼ਨ ਦਿੱਤੇ ਸੀਗੇ, ਇਸੇ ਹੀ ਤਾਂਘ ਵਿੱਚ ਪੰਡਿਤ ਸ਼ਿਵਦੱਤ ਜੀ ਬੈਠੇ ਬੈਠੇ ਇਹੋ ਹੀ ਆਵਾਜ਼ਾਂ ਜਿਹੜਾ ਸੀਗਾ ਬੋਲਦੇ ਰਹਿੰਦੇ ਕਿ ਮੇਰੇ ਬਾਲਾ ਪ੍ਰੀਤਮ, ਮੇਰੇ ਬਾਲਾ ਪ੍ਰੀਤਮ। ਬਸ ਇਹ ਸ਼ਬਦਾਂ ਜਾਪ ਕਰਦੇ ਰਹਿੰਦੇ ਸੀਗੇ। ਦੇਖੋ ਫਿਰ ਜਦੋਂ ਕਲਗੀਧਰ ਮਹਾਰਾਜ ਕਿਤੇ ਕਿਤੇ ਫਿਰ ਆਪਣੇ ਬੱਚਿਆਂ ਦੇ ਨਾਲ ਖੇਡਦੇ ਖੇਡਦੇ ਇੱਧਰ ਪੰਡਿਤ ਸ਼ਿਵਦੱਤ ਜੀ ਵੱਲ ਆਉਂਦੇ
ਤੇ ਪੰਡਿਤ ਸ਼ਿਵਜੀ ਦੀ ਦੇਖਦੇ ਸਾਰੀ ਜਿਹੜੇ ਸੀਗੇ ਇਹ ਆਪਣੇ ਬਾਲਾ ਪ੍ਰੀਤਮ ਵੱਲ ਭੱਜਦੇ। ਪਰ ਫਿਰ ਕਲਗੀਧਰ ਮਹਾਰਾਜ ਜਿਹੜੇ ਸੀਗੇ ਉੱਥੇ ਪੰਡਿਤ ਸ਼ਿਵਦੱਤ ਜੀ ਨੇ ਐਸੇ ਚੂਜਰ ਲਾਉਂਦੇ ਕਿ ਅੱਗੇ ਅੱਗੇ ਭੱਜਦੇ ਤੇ ਪੰਡਿਤ ਸ਼ਿਵਦੱਤ ਜੀ ਪਿੱਛੇ ਬਾਜਾ ਮਾਰ ਮਾਰ ਭੱਜਦੇ ਕਿ ਮੇਰੇ ਬਾਲਾ ਪ੍ਰੀਤਮ, ਮੇਰੇ ਬਾਲਾ ਪ੍ਰੀਤਮ। ਇਹ ਜਿਹੜੀ ਖੇਡ ਸੀ ਨਾ ਬਚਪਨ ਦੀ ਅਨੋਖੀ ਜਿਹੜੀ ਉਹ ਕੌਤਕ ਸੀ ਜਾਂ ਉਹ ਰਾਸ ਪੰਡਿਤ ਸ਼ਿਵਦੱਤ ਜੀ ਨੇ ਕਲਗੀਧਰ ਮਹਾਰਾਜ ਨੇ ਜਿਹੜੀ ਸੀ ਖੇਡੀ ਸੀਗੀ, ਇੱਕ ਪ੍ਰੇਮ ਦੀ ਐਸੀ ਪੀਂਘ ਸੀਗੀ ਹੈ ਨਾ। ਇਹ ਤਾਂ ਹੁਣ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਉਹ ਹੀ ਜਾਣਦੇ ਆ ਕਿ ਇਹੋ ਜਿਹੀ ਜਿਹੜੀ ਪੀਂਘ ਹੈਗੀ ਆ, ਇੱਕ ਭਗਵਾਨ ਬਾਲਕ ਦੇ ਰੂਪ ਦੇ ਵਿੱਚ ਮੋਹਰੇ ਜਿਹੜਾ ਹੈਗਾ ਆਪਣੀ ਮੌਜ ਦੇ ਵਿੱਚ ਵਿਚਰਿਆ ਹੈ, ਪਰ ਪੰਡਿਤ ਸ਼ਿਵਦੱਤ ਜੀ ਦਾ ਪ੍ਰੇਮ ਦਾ ਛਾਲਾ ਉਹਨਾਂ ਦੇ ਪਿੱਛੇ ਜਿਹੜਾ ਉਹ ਭੱਜ ਰਿਹਾ ਹੈਗਾ। ਸੋ ਇਸ ਤਰ੍ਹਾਂ ਨਾ ਸਮਾਂ ਜਦ ਬੀਤਦਾ ਗਿਆ ਇਸ ਪ੍ਰੇਮ ਦੇ ਵਿੱਚ, ਕਲਗੀਧਰ ਮਹਾਰਾਜ ਫਿਰ ਸਮਾਂ ਪਾ ਕੇ ਅਕਾਲ ਪੁਰਖ ਦਾ ਹੁਕਮ ਵਜਾਉਣ ਵਾਸਤੇ ਇੱਧਰ ਪੰਜਾਬ ਦੀ ਧਰਤੀ 'ਤੇ ਆਏ। ਜਦ ਪੰਜਾਬ ਦੀ ਧਰਤੀ 'ਤੇ ਆਏ ਪਰ ਉਸ ਟਾਈਮ ਜਿਹੜਾ ਪੰਡਿਤ ਸ਼ਿਵਦੱਤ ਜੀ ਨਾਲ ਵਿਯੋਗ ਦਾ ਸਮਾਂ ਹੋਇਆ ਸੀਗਾ ਨਾ, ਉਸ ਵਿਯੋਗ ਦੇ ਸਮੇਂ ਵਿੱਚ ਪੰਡਿਤ ਸ਼ਿਵਦੱਤ ਦੇ ਅੰਦਰ ਜਿਹੜੇ ਦਰਦ ਉੱਠੇ ਸੀਗੇ, ਜਿਹੜੇ ਵਿਰਾਗ ਉੱਠੇ, ਜਿਹੜੇ ਪੀੜਾਂ ਉੱਠੀਆਂ ਸੀਗੀਆਂ ਹੈ ਨਾ, ਉਹ ਤਾਂ ਅਕਹਿ ਤੇ ਅਸਹਿ ਸੀਗੀਆਂ। ਪਰ ਫਿਰ ਕਲਗੀਧਰ ਮਹਾਰਾਜ ਨੇ ਪੰਡਿਤ ਸ਼ਿਵਦੱਤ ਨੂੰ ਹੌਸਲਾ ਦਿੱਤਾ ਸੀਗਾ ਕਿ ਜੋ ਅਕਾਲ ਪੁਰਖ ਦਾ ਹੁਕਮ ਆ ਨਾ, ਅਸੀਂ ਪਹਿਲਾਂ ਉਹ ਕਮਾਉਣਾ ਹੈਗਾ, ਬਾਕੀ ਤੁਹਾਡੇ ਪ੍ਰੇਮ ਦੇ ਨਾਲ ਤੁਸੀਂ ਜਦੋਂ ਵੀ ਸਾਨੂੰ ਯਾਦ ਕਰੋਗੇ ਅਸੀਂ ਤੁਹਾਡੇ ਹਮੇਸ਼ਾ ਅੰਗ ਸੰਗ ਰਹਾਂਗੇ। ਸੋ ਇਸ ਤਰ੍ਹਾਂ ਦੇ ਧੀਰਜ ਵਾਲੇ ਉਪਦੇਸ਼ ਦੇ ਕੇ ਬਾਲਾ ਪ੍ਰੀਤਮ ਜੀ ਜਦ ਪਟਨਾ ਸਾਹਿਬ ਦੀ ਧਰਤੀ ਤੋਂ ਪੰਜਾਬ ਆਏ, ਸਮਾਂ ਜਿਹੜਾ ਸੀਗਾ ਉਹ ਆਪਣੀ ਰਫਤਾਰ 'ਤੇ ਤੁਰਿਆ। ਇੱਧਰੋਂ ਕਲਗੀਧਰ ਮਹਾਰਾਜ ਨੇ ਜਿਹੜੇ ਸੀਗੇ ਉਹ ਧਰਮ ਦੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਤੇ ਇੱਧਰ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਉਹ ਆਪਣੇ ਬਾਲਾ ਪ੍ਰੀਤਮ ਦੀ ਯਾਦ ਦੇ ਵਿੱਚ ਜਦ ਇਸੇ ਪਟਨਾ ਸਾਹਿਬ ਦੀ ਧਰਤੀ ਦੇ ਵਿੱਚ ਜਿਹੜੇ ਸੀਗੇ ਉਹ ਧਿਆਨ ਮੁਗਧ ਹੋ ਕੇ ਬੈਠੇ ਰਹਿੰਦੇ ਸੀਗੇ ਤੇ ਬੈਠੇ ਬੈਠੇ ਸਮਾਂ ਗੁਜ਼ਰਦਾ ਗਿਆ। ਬਿਰਧ ਅਵਸਥਾ ਜਦੋਂ ਆਪਣੇ ਪੂਰੇ ਜੋਬਨ 'ਤੇ ਆਈ ਤਾਂ ਫਿਰ ਪੰਡਿਤ ਸ਼ਿਵਦੱਤ ਜੀ ਨੇ ਆਪਣੇ ਜਿੰਨੇ ਉਹਨਾਂ ਦੇ ਮਰੀਦ ਸੀ, ਸੇਵਕ ਸੀਗੇ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇਹ ਗੱਲ ਆਖੀ ਕਿ ਭਾਈ ਮੇਰਾ ਹੁਣ ਅੰਤ ਸਮਾਂ ਜਿਹੜਾ ਉਹ ਨੇੜੇ ਆ ਰਿਹਾ ਅਤੇ ਮੈਂ ਚਾਹੁੰਦਾ ਹੈਗਾ ਕਿ ਮੈਂ ਆਪਣਾ ਜਿਹੜਾ ਪੰਜ ਭੂਤਕ ਸਰੀਰ ਆ ਨਾ, ਇਹ ਗੋਬਿੰਦ ਰਾਜ ਜਿਹੜੇ ਮੇਰੇ ਬਾਲਾ ਪ੍ਰੀਤਮ ਉਹਨਾਂ ਦੇ ਚਰਨਾਂ ਵਿੱਚ ਜਿਹੜਾ ਹੈ ਤਿਆਗਾਂ ਹੈ। ਅਤੇ ਇਹ ਸੰਕਲਪ ਜਦੋਂ ਪੰਡਿਤ ਸ਼ਿਵਦੱਤ ਜੀ ਨੇ ਆਪਣੇ ਜਿੰਨੇ ਵੀ ਸੇਵਕ ਸੀਗੇ ਉਹਨਾਂ ਦੇ ਅੱਗੇ ਰੱਖਿਆ ਸੀਗਾ। ਸੋ ਸੇਵਕ ਬੜੇ ਖੁਸ਼ ਹੋਏ। ਗੱਲ ਕੀ ਆ, ਜਾਣ ਦੀ ਤਿਆਰੀ ਕੀਤੀ ਗਈ। ਇੱਕ ਸੁੰਦਰ ਜਿਹੜੀ ਸੀ ਉਹ ਪਾਲਕੀ ਜਿਹੜੀ ਸੀ ਬਣਾਈ ਗਈ, ਜਿਹਦੇ ਵਿੱਚ ਪੰਡਿਤ ਸ਼ਿਵਦੱਤ ਜੀ ਨੂੰ ਇਹਨਾਂ ਦੇ ਸੇਵਕਾਂ ਨੇ ਬਿਠਾ ਲਿਆ ਅਤੇ ਉਹ ਫਿਰ ਪਾਲਕੀ ਲੈ ਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੰਡਿਤ ਸ਼ਿਵਦੱਤ ਜੀ ਦੇ ਜਿੰਨੇ ਚੇਲੇ ਸੀ, ਮਰੀਦ ਸੀ, ਸੇਵਾਦਾਰ ਸੀ, ਸਾਰੇ ਇਕੱਠੇ ਹੋ ਕੇ ਨਾ ਫਿਰ ਪੰਜਾਬ ਵੱਲ ਨੂੰ ਤੁਰੇ। ਜਦ ਪੰਜਾਬ ਵੱਲ ਨੂੰ ਤੁਰਨੇ ਸ਼ੁਰੂ ਹੋ ਗਏ, ਇੱਧਰ ਸਿੰਘਾਂ ਨੂੰ ਵੀ ਖਬਰ ਹੋ ਗਈ ਕਿ ਕਲਗੀਧਰ ਮਹਾਰਾਜ ਦੇ ਇੱਕ ਬਚਪਨ ਦੇ ਜਿਹੜੇ ਨਾ ਸਾਥੀ ਆ, ਪ੍ਰੇਮ ਪਿਆਰ ਵਾਲੇ ਪੰਡਿਤ ਸ਼ਿਵਦੱਤ ਜੀ, ਉਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਆ। ਉਹਨਾਂ ਨੇ ਆ ਕੇ ਕਲਗੀਧਰ ਮਹਾਰਾਜ ਨੂੰ ਦੱਸਿਆ ਕਿ ਤੁਹਾਡੇ ਇੱਕ ਬਚਪਨ ਦੇ ਮਿੱਤਰ ਹੈਗੇ ਆ, ਸਾਥੀ ਹੈਗੇ ਆ ਪੰਡਿਤ ਸ਼ਿਵਦੱਤ ਜੀ, ਜਿਨ੍ਹਾਂ ਨੂੰ ਤੁਸੀਂ ਕਿਸੇ ਟਾਈਮ ਭਗਵਾਨ ਰਾਮ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਸੀਗੇ। ਤਾਂ ਅੱਜ ਉਹ ਤੁਹਾਡੇ ਦਰਸ਼ਨਾਂ ਵਾਸਤੇ ਉਸ ਪਟਨਾ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਆ ਰਹੇ ਆ। ਦੇਖੋ, ਇਹ ਗੱਲ ਸੁਣਦੇ ਹੀ ਕਲਗੀਧਰ ਮਹਾਰਾਜ ਜਿਹੜੇ ਸੀਗੇ ਕਿਸੇ ਪ੍ਰੇਮ ਦੇ ਵਿੱਚ ਮੁਗਧ ਹੋ ਗਏ। ਫਿਰ ਕੁਛ ਚਿਰ ਬਾਅਦ ਰੁਕਣ ਤੋਂ ਬਾਅਦ ਉਹਨਾਂ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਭਾਈ ਅਨੰਦਪੁਰ ਸਾਹਿਬ ਨੂੰ ਸਜਾਉਣ ਦੀ ਪੂਰੀ ਤਰ੍ਹਾਂ ਤਿਆਰੀ ਕਰੋ। ਜਦੋਂ ਅਨੰਦਪੁਰ ਸਾਹਿਬ ਦੀ ਜਿਹੜੀ ਪੂਰੀ ਤਰ੍ਹਾਂ ਤਿਆਰੀ ਕੀਤੀ ਗਈ, ਥਾਂ ਥਾਂ 'ਤੇ ਗੇਟ ਬਣਾਏ ਗਏ, ਫੁੱਲ ਜਿਹੜੇ ਸੀਗੇ ਉਹ ਥਾਂ ਥਾਂ ਦੇ ਉੱਤੇ ਹਾਰ ਬਣਾ ਕੇ ਰੋਕ ਕੇ ਪੂਰੇ ਅਨੰਦਪੁਰ ਸਾਹਿਬ ਦਾ ਸ਼ਿੰਗਾਰ ਕੀਤਾ। ਅਤੇ ਉੱਧਰੋਂ ਪੰਡਿਤ ਸ਼ਿਵਦੱਤ ਜੀ ਜਿਹੜੇ ਆਪਣੇ ਹਜ਼ਾਰਾਂ ਮਰੀਦਾਂ ਦੇ ਨਾਲ ਜਿਹੜੇ ਸੀ ਪੜਾਅ ਦਰ ਪੜਾਅ ਕਰਦੇ ਹੋਏ ਜਦ ਕੀਰਤਪੁਰ ਸਾਹਿਬ ਦੇ ਲਾਗੇ ਪਹੁੰਚੇ ਤਾਂ ਜਦ ਇਹ ਖਬਰ ਸਿੰਘਾਂ ਨੇ ਕਲਗੀਧਰ ਮਹਾਰਾਜ ਨੂੰ ਦਿੱਤੀ ਅਤੇ ਮਹਾਰਾਜ ਨੇ ਪੰਡਿਤ ਸ਼ਿਵਦੱਤ ਜੀ ਦੇ ਆਉਣ ਦੇ ਸਵਾਗਤ ਦੇ ਵਿੱਚ ਜਿੱਥੇ ਅਨੰਦਪੁਰ ਸਾਹਿਬ ਸਾਰਾ ਖੂਬਸੂਰਤ ਜਿਹੜਾ ਸੀਗਾ ਸ਼ਿੰਗਾਰਿਆ, ਉੱਥੇ ਆਪ ਆਪਣੇ ਨੀਲੇ ਘੋੜੇ 'ਤੇ ਅਤੇ ਬਹੁਤ ਸਾਰੇ ਸਿੰਘਾਂ ਦੇ ਨਾਲ ਇੱਕ ਜਥੇ ਦੇ ਰੂਪ ਦੇ ਵਿੱਚ ਕੀਰਤਪੁਰ ਸਾਹਿਬ ਨੂੰ ਗਏ। ਜਦ ਕੀਰਤਪੁਰ ਸਾਹਿਬ ਮਹਾਰਾਜ ਉੱਥੇ ਪਹੁੰਚੇ ਆ ਅਤੇ ਉੱਥੇ ਜਦ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਉਹ ਆਪਣੇ ਚੇਲੇ ਮਰੀਦਾਂ ਦੇ ਨਾਲ ਜਦ ਕੀਰਤਪੁਰ ਸਾਹਮਣੇ ਆਏ ਆ ਅਤੇ ਮਹਾਰਾਜ ਨੇ ਪੰਡਿਤ ਸ਼ਿਵਦੱਤ ਜੀ ਦੀ ਆਉਂਦੀ ਜਿਹੜੀ ਪਾਲਕੀ ਸੀਗੀ ਉਹਨੂੰ ਦੇਖਦੇ ਸਾਰ ਹੀ ਮਹਾਰਾਜ ਆਪਣੇ ਨੀਲੇ ਘੋੜੇ ਤੋਂ ਥੱਲੇ ਉਤਰੇ ਆ। ਉਤਰਦੇ ਅਨੁਸਾਰ ਬਹੁਤ ਹੀ
ਪ੍ਰੇਮ ਦੇ ਵਿੱਚ ਬਹੁਤ ਹੀ ਗੰਭੀਰ ਸੋਚ ਦੇ ਵਿੱਚ ਉਸ ਪਾਲਕੀ ਨੂੰ ਤੱਕ ਰਹੇ ਆ। ਤੱਕਦੇ ਆਪ ਹੀ ਉਹ ਪਾਲਕੀ ਵੱਲ ਨੂੰ ਤੁਰ ਕੇ ਜਿਹੜੇ ਸੀਗੇ ਮਹਾਰਾਜ ਜਾਣੇ ਸ਼ੁਰੂ ਹੋ ਗਏ। ਅਤੇ ਨਾਲ ਹੀ ਹੈ ਨਾ ਪਿੱਛੇ ਜਿੰਨੇ ਸਿੰਘ ਸੀਗੇ ਸਾਰੇ ਹੀ ਮਹਾਰਾਜ ਦੇ ਨਾਲ ਪਿੱਛੇ ਆਉਣੇ ਜਿਹੜੇ ਸੀਗੇ ਉਹ ਸ਼ੁਰੂ ਹੋ ਗਏ। ਅਤੇ ਉਹਦਾ ਪੰਡਿਤ ਸ਼ਿਵਦੱਤ ਜੀ ਜਦ ਪਾਲਕੀ 'ਚ ਬੈਠੇ ਸੀ, ਉਹਨਾਂ ਦੇ ਮਨ ਦੇ ਜਿਹੜੀਆਂ ਗੱਟੀਆਂ ਸੀਗੀਆਂ ਉਹ ਇਸ ਪ੍ਰਕਾਰ ਚੱਲਦੀਆਂ ਸੀਗੀਆਂ ਕਿ ਉਹ ਤਾਂ ਸਮਾਂ ਉਹ ਸੀ ਜਦੋਂ ਬਾਲਾ ਪ੍ਰੀਤਮ 4-5 ਸਾਲ ਦੇ ਹੁੰਦੇ ਸੀਗੇ ਅਤੇ ਮੈਨੂੰ ਭਗਵਾਨ ਰਾਮ ਚੰਦਰ ਦੇ ਰੂਪ ਦੇ ਵਿੱਚ ਉਹਨੇ ਦਰਸ਼ਨ ਦਿੱਤੇ ਸੀਗੇ। ਪਰ ਹੁਣ ਬਹੁਤ ਸਮਾਂ ਹੋ ਗਿਆ ਹੈ, ਮੇਰੀ ਨਜ਼ਰ ਵੀ ਕਮਜ਼ੋਰ ਹੋ ਗਈ ਆ, ਕੰਨਾਂ ਦੀ ਸੁਰਤ ਵੀ ਕਮਜ਼ੋਰ ਹੋ ਗਈ ਆ, ਮੈਂ ਤੁਰ ਫਿਰ ਵੀ ਨਹੀਂ ਸਕਦਾ। ਪਰ ਹੁਣ ਜਦ ਮੈਂ ਉਹਨਾਂ ਦੇ ਦਰਸ਼ਨ ਕਰੂੰਗਾ ਅਤੇ ਹੁਣ ਕਲਗੀਧਰ ਮਹਾਰਾਜ ਦਾ ਸਰੂਪ ਕਿਹੋ ਜਿਹਾ ਹੋਊਗਾ, ਕਿਹੋ ਜਿਹੇ ਹੋਣਗੇ। ਇਹ ਸਾਰੀਆਂ ਜਿਹੜੀਆਂ ਵਿਚਾਰਾਂ ਪੰਡਿਤ ਸ਼ਿਵਦੱਤ ਜੀ ਦੇ ਅੰਦਰ ਚੱਲਦੀਆਂ ਸੀਗੀਆਂ। ਇਸੇ ਹੀ ਵਿਚਾਰ ਦੇ ਵਿੱਚ ਪੰਡਿਤ ਸ਼ਿਵਦੱਤ ਜੀ ਧਿਆਨ ਮੁਗਧ ਹੋ ਕੇ ਜਿਹੜੀ ਸੀ ਕਲਗੀਧਰ ਮਹਾਰਾਜ ਦੀ ਸੂਰਤ ਦੇ ਬਾਰੇ ਧਿਆਨ ਦੇ ਵਿੱਚ ਜਿਹੜੀ ਉਹ ਵਿਚਾਰ ਨੂੰ ਸੋਚ ਵਿਚਾਰ ਕਰ ਰਹੇ ਸੀਗੇ। ਅਤੇ ਇੱਧਰ ਕਲਗੀਧਰ ਮਹਾਰਾਜ ਪੰਡਿਤ ਸ਼ਿਵਦੱਤ ਜੀ ਦੇ ਪਾਲਕੀ ਦੇ ਕੋਲ ਜਦ ਪਹੁੰਚੇ ਆ, ਜਦ ਮਹਾਰਾਜ ਨੇ ਪਾਲਕੀ ਨੂੰ ਨੀਝ ਨਾਲ ਤੱਕਿਆ, ਕੀ ਦੇਖਿਆ ਕਿ ਜਿਹੜੀ ਪਾਲਕੀ ਸੀ ਆਲੇ ਦੁਆਲੇ ਪੂਰੇ ਜਿਹੜੇ ਸੀ ਪੜਦੇ ਕੱਪੜਿਆਂ ਦੇ ਨਾਲ ਜਿਹੜੀ ਸੀ ਬੰਦ ਸੀ। ਅਤੇ ਪੰਡਿਤ ਸ਼ਿਵਦੱਤ ਜੀ ਜਦ ਅੰਦਰ ਬੈਠੇ ਸੀ, ਮਹਾਰਾਜ ਨੇ ਉਸੇ ਟਾਈਮ ਬੜੇ ਪ੍ਰੇਮ ਵਜੂਦ ਦੇ ਵਿੱਚ ਆ ਕੇ ਅਤੇ ਪੰਡਿਤ ਸ਼ਿਵਦੱਤ ਜੀ ਦੀ ਹੈ ਨਾ ਪਾਲਕੀ ਦਾ ਜਿਹੜਾ ਕੱਪੜਾ ਸੀਗਾ ਇੱਕ ਪਾਸਿਓਂ ਹਲਕਾ ਜਿਹਾ ਹੈ ਨਾ ਪਾਸੇ ਕਰਕੇ, ਅਤੇ ਮਹਾਰਾਜ ਨੇ ਪੰਡਿਤ ਸ਼ਿਵਦੱਤ ਜੀ ਦੇ ਕੋਲ ਕੰਨ ਦੇ ਵਿੱਚ ਉਹੀ ਹੈ ਨਾ ਬਚਪਨ ਵਾਲੀ ਜਿਹੜੀ ਸੁਰ ਸੀ ਉਹ ਲਾਪੀ। ਅਤੇ ਮਹਾਰਾਜ ਕਹਿਣ ਲੱਗੇ ਬਾਬਾ ਝਾਤ। ਜਦੋਂ ਕਲਗੀਧਰ ਮਹਾਰਾਜ ਨੇ ਪੰਡਿਤ ਸ਼ਿਵਦੱਤ ਜੀ ਦੇ ਕੰਨ ਦੇ ਵਿੱਚ ਇਹ ਲਫ਼ਜ਼ ਆਖਿਆ ਕਿ ਬਾਬਾ ਝਾਤ, ਬਸ ਇਹ ਬਾਬਾ ਝਾਤ ਜਿਹੜੀ ਬਚਪਨ ਦੀ ਆ ਸ਼ਬਦ ਸੀਗਾ ਪੰਡਿਤ ਸ਼ਿਵਦੱਤ ਜੀ ਦੇ ਕੰਨਾਂ ਦੇ ਵਿੱਚ ਜਿਹੜਾ ਹਰ ਟਾਈਮ ਗੂੰਜਦਾ ਰਹਿੰਦਾ ਸੀਗਾ, ਅੱਜ ਬੁਢਾਪੇ ਦੇ ਵਿੱਚ ਫਿਰ ਇਹ ਉਹੀ ਆਵਾਜ਼ ਜਿਹੜੀ ਸੀ ਫਿਰ ਪ੍ਰਤੱਖ ਹੋਈ। ਬਸ ਜੇ ਇਹਨੂੰ ਸੁਣਨ ਦੇ ਵਿੱਚ, ਇਸ ਆਵਾਜ਼ ਨੂੰ ਸੁਣਨ ਦੇ ਵਿੱਚ ਪੰਡਿਤ ਸ਼ਿਵਦੱਤ ਦੀਆਂ ਅੱਖਾਂ ਅਤੇ ਕੰਨ ਤਰਸ ਗਏ ਸੀ। ਅੱਜ ਉਹੀ ਆਵਾਜ਼ ਬਾਬਾ ਝਾਤ ਦੀ ਜਦ ਪੰਡਿਤ ਸ਼ਿਵਦੱਤ ਜੀ ਦੇ ਕੰਨਾਂ 'ਚ ਦੁਬਾਰਾ ਕਈਆਂ ਸਾਲਾਂ ਬਾਅਦ ਗੂੰਜੀ ਅਤੇ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਉਸੇ ਟਾਈਮ ਨੀਮ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਾਲਕੀ ਤੋਂ ਥੱਲੇ ਡਿੱਗ ਪਏ। ਜਦ ਪਾਲਕੀ ਤੋਂ ਥੱਲੇ ਡਿੱਗਦਿਆਂ ਸਾਰੀ ਕਲਗੀਧਰ ਮਹਾਰਾਜ ਨੇ ਆਪਣੀਆਂ ਬਾਹਾਂ ਦੇ ਨਾਲ ਪੰਡਿਤ ਸ਼ਿਵਦੱਤ ਜੀ ਨੂੰ ਬੋਚਿਆ ਅਤੇ ਬੋਚਦੇ ਸਾਰੀ ਹੈ ਨਾ ਪੰਡਿਤ ਸ਼ਿਵਦੱਤ ਜੀ ਜਿਹੜਾ ਸੀਸ ਸੀਗਾ ਉਹ ਆਪਣੇ ਪੱਟਾਂ 'ਤੇ ਰੱਖਿਆ। ਪੱਟਾਂ 'ਤੇ ਰੱਖਦੇ ਸਾਰੀ ਹੈ ਨਾ ਉਸ ਟਾਈਮ ਫਿਰ ਜਿੰਨੇ ਵੀ ਆਲੇ ਦੁਆਲੇ ਸਿੰਘ ਸੀਗੇ ਉਹਨਾਂ ਨੇ ਹੱਥਾਂ ਦੇ ਵਿੱਚ ਜਿਹੜੇ ਫੁੱਲ ਫੜੇ ਹੋਏ ਸੀ ਉਹਨਾਂ ਦੀ ਵਾਰਸ਼ ਜਿਹੜੀ ਸੀਗੀ ਉਹ ਪੰਡਿਤ ਸ਼ਿਵਦੱਤ ਜੀ ਦੇ ਉੱਤੇ ਕਰਨੀ ਸ਼ੁਰੂ ਕੀਤੀ। ਪਰ ਇੱਧਰ ਪੰਡਿਤ ਸ਼ਿਵਦੱਤ ਜੀ ਨੀਂਹ ਬੇਹੋਸ਼ੀ ਦੇ ਹਾਲਤ ਵਿੱਚ ਕਲਗੀਧਰ ਮਹਾਰਾਜ ਦੀ ਗੋਦ ਦੇ ਵਿੱਚ ਆਪਣਾ ਸਿਰ ਟਿਕਾ ਕੇ ਬੈਠੇ ਸੀਗੇ। ਮਹਾਰਾਜ ਨੇ ਕੁਛ ਟਾਈਮ ਜਿਹੜੇ ਸੀਗੇ ਚੁੱਪੀ ਸਾਧੀ ਪੰਡਿਤ ਸ਼ਿਵਦੱਤ ਜੀ ਦੀ ਸੀਸ ਦੇ ਵਿੱਚ ਬੜੇ ਪਿਆਰ ਨਾਲ ਫੇਰਦੇ ਰਹੇ। ਜਦ ਫੇਰਦੇ ਰਹੇ ਤਾਂ ਫਿਰ ਇੱਧਰ ਪੰਡਿਤ ਸ਼ਿਵਦੱਤ ਜੀ ਨੂੰ ਜਦ ਹੋਸ਼ ਆਈ ਆ, ਉਸ ਹੋਸ਼ ਦੇ ਵਿੱਚ ਜਦ ਕਲਗੀਧਰ ਮਹਾਰਾਜ ਦੀ ਜਿਹੜੀ ਕਲਗੀ ਸੀਗੀ ਉਹਦੀ ਲਸ਼ਕ ਪੰਡਿਤ ਸ਼ਿਵਦੱਤ ਜੀ ਦੇ ਨੇਤਰਾਂ ਦੇ ਵੀ ਅੱਖਾਂ 'ਚ ਪਈ ਆ। ਅਤੇ ਅੱਖਾਂ 'ਚ ਪਈ ਆ ਅਤੇ ਪੰਡਿਤ ਸ਼ਿਵਦੱਤ ਜੀ ਦੇ ਅੰਦਰ ਜਿਹੜਾ ਦਰਸ਼ਨ ਦੇਖਣ ਦੇ ਅੰਦਰ ਤੂਫਾਨ ਉੱਠਿਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ। ਬਸ ਉਹ ਕਲਗੀ ਦੀ ਚਮਕ ਦੇ ਨਾਲ ਹੈ ਨਾ ਉਹ ਪਹਿਲਾਂ ਤਾਂ ਕੁਛ ਨਜ਼ਰ ਨਹੀਂ ਆਇਆ, ਪਰ ਜਦ ਮਹਾਰਾਜ ਨੇ ਪੰਡਿਤ ਸ਼ਿਵਦੱਤ ਜੀ ਦੇ ਇਹ ਸੀਸ ਦੇ ਉੱਪਰ ਆਪਣਾ ਹੱਥ ਫੇਰਦੇ ਹੋਏ ਪੰਡਿਤ ਸ਼ਿਵਦੱਤ ਜੀ ਨੂੰ ਇਹ ਆਖਿਆ, ਕਹਿੰਦੇ ਬਾਬਾ ਨਿਹਾਲ ਨਿਹਾਲ ਨਿਹਾਲ। ਜਦ ਇਹ ਆਖਿਆ ਕਿ 3 ਵਾਰ ਨਿਹਾਲ ਨਿਹਾਲ ਨਿਹਾਲ, ਬਸ ਫਿਰ ਪੰਡਿਤ ਸ਼ਿਵਦੱਤ ਜੀ ਦੀਆਂ ਅੱਖਾਂ ਜਿਹੜੀਆਂ ਸੀ ਜਦ ਉਹ ਖੁੱਲ੍ਹੀਆਂ ਅਤੇ ਮੋਹਰੇ ਕੀ ਤੱਕਿਆ, ਇੱਕ ਬਹੁਤ ਹੀ ਸੁੰਦਰ ਨੌਜਵਾਨ, ਬਹੁਤ ਹੀ ਖੂਬਸੂਰਤ, ਜਿਨ੍ਹਾਂ ਦੇ ਜਿਹੜੇ ਵਸਤਰ ਅਸਤਰ ਰਾਜ ਯੋਗ ਮਹਾਰਾਜ ਦਾ ਜਿਹੜਾ ਦਰਸ਼ਨ ਸੀਗਾ, ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਹੈ ਅਰੂਪ ਹੈ ਅਨੂਪ ਹੈ, ਇਹੋ ਜਿਹੇ ਜਿਹੜੇ ਦਰਸ਼ਨ ਸੀਗੇ ਮਹਾਰਾਜ ਦੇ ਕਰਦੇ ਪੰਡਿਤ ਸ਼ਿਵਦੱਤ ਜੀ ਜਿਹੜੇ ਸੀਗੇ ਉਹ ਨਿਹਾਲ ਹੋ ਗਏ ਅਤੇ ਦੁਬਾਰਾ ਫਿਰ ਨੀਮ ਬੇਹੋਸ਼ੀ ਦੀ ਹਾਲਤ 'ਚ ਚਲ ਗਏ। ਮਹਾਰਾਜ ਨੇ ਫਿਰ ਪੰਡਿਤ ਸ਼ਿਵਦੱਤ ਜੀ ਨੂੰ ਜਿਹੜਾ ਸੰਭਾਲ ਕੇ ਮੁੜ ਕੇ ਫਿਰ ਦੁਬਾਰਾ ਜਦ ਪੰਡਿਤ ਸ਼ਿਵਦੱਤ ਜੀ ਹੋਸ਼ 'ਚ ਆਏ ਆ ਅਤੇ ਮਹਾਰਾਜ ਜੀ ਦਾ ਇਹ ਰਾਜਯੋਗ ਰੂਪ ਦੇਖ ਕੇ ਹੈ ਨਾ ਕਿ ਰਾਜ ਮੈਂ ਰਾਜਾ ਯੋਗ ਮੈਂ ਯੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ, ਜਦ ਇਹ ਰੂਪ ਪੰਡਿਤ ਸ਼ਿਵਦੱਤ ਜੀ ਨੇ ਤੱਕਿਆ ਸੀਗਾ ਅਤੇ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਭਾਗ ਸਮਝੇ। ਫਿਰ ਮਹਾਰਾਜ ਪੰਡਿਤ ਸ਼ਿਵਦੱਤ ਜੀ ਨੂੰ ਅਨੰਦਪੁਰ ਸਾਹਿਬ ਜਦ ਲੈ ਕੇ ਆਏ ਆ, ਜਿਸ ਜਗ੍ਹਾ ਮਹਾਰਾਜ ਨੇ ਪੰਡਿਤ ਸ਼ਿਵਦੱਤ ਜੀ ਦੀ ਰਿਹਾਇਸ਼ ਕੀਤੀ ਉੱਥੇ ਇੱਕ ਬੜਾ ਸੁੰਦਰ ਪਲੰਘ ਵਿਛਾਇਆ, ਨਾਲ ਸਿੰਘ ਜਿਹੜੇ ਸੀ ਸੇਵਾ ਵਾਸਤੇ ਪੱਕੇ ਤੌਰ 'ਤੇ ਦਿੱਤੇ ਆ। ਅਤੇ ਮਹਾਰਾਜ ਨੇ ਪੰਡਿਤ ਸ਼ਿਵਦੱਤ ਜੀ ਨੂੰ ਇਹ ਆਖਿਆ ਸੀਗਾ
ਕਿ ਤੁਸੀਂ ਕਿਤੇ ਨਹੀਂ ਜਾਣਾ ਹੈਗਾ, ਅਸੀਂ ਤੁਹਾਡੇ ਖੁਦ ਇੱਥੇ ਦਰਸ਼ਨ ਕਰਨ ਆਇਆ ਕਰਾਂਗੇ। ਦੇਖੋ ਮਹਾਰਾਜ ਰੋਜ਼ ਜਾਂਦੇ ਹੈ ਪੰਡਿਤ ਸ਼ਿਵਦਾਦੀ ਦੇ ਪਾਸ, ਦਰਸ਼ਨ ਕਰਦੇ ਆ, ਕਥਾ ਵਿਚਾਰ ਕਰਦੇ ਆ, ਬਚਪਨ ਦੇ ਪ੍ਰੇਮ ਦੀਆਂ ਉਹ ਜਿਹੜੀਆਂ ਗੱਲਾਂ ਸੀਗੀਆਂ ਜਦੋਂ ਭਗਵਾਨ ਰਾਮ ਚੰਦਰ ਦੇ ਰੂਪ ਦੇ ਵਿੱਚ ਮਹਾਰਾਜ ਨੇ ਦਰਸ਼ਨ ਦਿੱਤੇ ਸੀਗੇ, ਇਹ ਸੁਣ ਕੇ ਪੰਡਿਤ ਸ਼ਿਵਦਾਦੀ ਜਿਹੜੇ ਸੀ ਨਿਹਾਲ ਹੁੰਦੇ ਸੀਗੇ। ਸੋ ਜਦ ਪੰਡਿਤ ਸ਼ਿਵਦਾਸ ਜੀ ਦਾ ਜਦ ਆਖਰੀ ਸਮਾਂ ਆਇਆ, ਇਸੇ ਹੀ ਫਿਰ ਆਖਰੀ ਸਮੇਂ ਦੇ ਵਿੱਚ ਪੰਡਿਤ ਸ਼ਿਵਦਾਸ ਜੀ ਦੀ ਜਿਹੜੀ ਇੱਛਾ ਸੀਗੀ, ਜੋ ਸੰਕਲਪ ਲੈ ਕੇ ਆਏ ਸੀ ਕਿ ਮੈਂ ਆਪਣਾ ਜਿਹੜਾ ਪੰਜ ਭੂਤ ਕਲਗੀਧਰ ਮਹਾਰਾਜ ਦੇ ਚਰਨਾਂ ਦੇ ਵਿੱਚ ਤਿਆਗਣਾ ਹੈਗਾ। ਸੋ ਇਸੇ ਹੀ ਇੱਛਾ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਪੰਜ ਭੂਤਕ ਸਰੀਰ ਸੀਗਾ ਮਹਾਰਾਜ ਦੇ ਚਰਨਾਂ ਦੇ ਵਿੱਚ ਤਿਆਗਿਆ ਹੈਗਾ। ਅਤੇ ਫਿਰ ਮਹਾਰਾਜ ਨੇ ਪੰਡਿਤ ਸ਼ਿਵਦਾਸ ਜੀ ਦੀ ਜਿਹੜੀ ਪੰਜ ਭੂਤਕ ਦੇਹ ਦਾ ਸੰਸਕਾਰ ਸੀਗਾ ਨਾ, ਉਹ ਆਪ ਵੀ ਆਪਣੇ ਹੱਥੀਂ ਕੀਤਾ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਇੱਕ ਪ੍ਰੇਮ ਜਿਹੜੀ ਆ ਇਹ ਐਸੀ ਖੇਡ ਆ ਜਿਹੜੀ ਧਰਮ, ਜਾਤ, ਗੋਤ, ਪਾਤ ਇਹ ਸਾਰੀਆਂ ਹੱਦਾਂ ਬੰਨੇ ਟੱਪ ਜਾਂਦੀ ਆ, ਕਿਉਂਕਿ ਪ੍ਰੇਮ ਦਾ ਹੈ ਨਾ ਕੋਈ ਜਾਤ ਨਹੀਂ ਹੈ, ਕੋਈ ਧਰਮ ਨਹੀਂ ਹੈਗਾ, ਕੋਈ ਕੁਛ ਨਹੀਂ ਹੈ। ਮਹਾਰਾਜ ਨੇ ਕਿਹਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕਰ ਲਿਆ ਹੈ ਨਾ, ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ, ਵਾਹਿਗੁਰੂ ਨੂੰ ਪਾ ਲਿਆ ਹੈਗਾ। ਸੋ ਇਹ ਸਭ ਪ੍ਰੇਮ ਦੀ ਖੇਡ ਹੈਗੀ ਆ ਕਿ ਪ੍ਰੇਮ ਤੋਂ ਪਰੇ ਜਿਹੜੀ ਹੈ ਨਾ ਕੋਈ ਵੀ ਚੀਜ਼ ਉੱਤਮ ਨਹੀਂ ਹੈ। ਸੋ ਪ੍ਰੇਮ ਪਰਮੇਸ਼ਰ ਦਾ ਆਪਣਾ ਰੂਪ ਹੈਗਾ, ਕਿਉਂਕਿ ਮਹਾਰਾਜ ਨੇ ਕਿਹਾ ਜਤਰ ਤਤਰ ਦਿਸਾ ਬਿਸਾ ਹੋਏ ਫੈਲਿਓ ਅਨੁਰਾਗ। ਜਿੱਥੇ ਵੀ ਪਰਮੇਸ਼ਰ ਹੈਗਾ ਪ੍ਰੇਮ ਰੂਪ ਹੋ ਕੇ ਫੈਲਿਆ ਹੋਇਆ, ਅਤੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਪ੍ਰੇਮ ਹੈਗਾ ਉੱਥੇ ਪਰਮੇਸ਼ਰ ਆਪ ਪ੍ਰੇਮ ਬਣ ਕੇ ਉਹਨਾਂ ਦੇ ਪ੍ਰੇਮ ਦੇ ਵਿੱਚ ਹੀ ਆਪਣੇ ਪ੍ਰੇਮ ਦਾ ਲਾਡ ਲਡਾਉਂਦਾ ਹੈਗਾ। ਸੋ ਇਹ ਜਿਹੜੀ ਪੰਡਿਤ ਸ਼ਿਵਦਾਸ ਜੀ ਦੀ ਜੋ ਬਚਪਨ ਦੇ ਵਿੱਚ ਕਲਗੀਧਰ ਮਹਾਰਾਜ ਦੇ ਨਾਲ ਹੋਈ, ਇਹ ਇੱਕ ਬੜੀ ਵਿਚਿੱਤਰ ਜਿਹੜੀ ਸੀ ਲੀਲਾ ਸੀਗੀ। ਇਹ ਲੀਲਾ ਜਿਹੜੀ ਆ ਇਸ ਗੱਲ ਦਾ ਪ੍ਰਤੀਕ ਹੈਗਾ ਕਿ ਕਲਗੀਧਰ ਮਹਾਰਾਜ ਦਾ ਜਿਹੜਾ ਦਰਸ਼ਨ ਵਾ ਨਾ, ਉਹ ਐਸਾ ਦਰਸ਼ਨ ਹੈ, ਦੁਰਲੱਭ ਹੈ ਕਿ ਇਸ ਤੋਂ ਪਤਾ ਲੱਗਦਾ ਹੈਗਾ ਕਿ ਕਲਗੀਧਰ ਮਹਾਰਾਜ ਵਰਗਾ ਨਾ ਕੋਈ ਸੰਸਾਰ 'ਚ ਹੋਇਆ ਨਾ ਹੋਵੇਗਾ। ਬਸ ਜੋ ਵੀ ਹੈ ਕਲਗੀਧਰ ਮਹਾਰਾਜ ਦੇ ਪ੍ਰੇਮ ਦੇ ਵਿੱਚ ਜਿਹੜਾ ਵੀ ਆ ਜਾਂਦਾ ਹੈਗਾ, ਬਸ ਉਹ ਨਦਰੀ ਨਦਰ ਨਿਹਾਲ ਹੋ ਜਾਂਦਾ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।